ਅੱਜ ਆਪਾਂ ਜਨਪਦ ਕਾਲ ਕਰਦੇ ਹਾਂ। ਇਸ ਤੋਂ ਪਹਿਲਾਂ ਆਪਾਂ ਸਿੰਧੂ ਘਾਟੀ ਸੱਭਿਅਤਾ ਤੇ ਆਰੀਆ ਸੱਭਿਅਤਾ ਜਾਂ ਵੈਦਿਕ ਸੱਭਿਅਤਾ ਆਪਾਂ ਕਰ ਚੁੱਕੇ ਹਾਂ। ਜਨਪਦ ਕਾਲ ਦਾ ਜਿਹੜਾ ਸਮਾਂ ਹੈ ਉਹ 600 BC ਤੋਂ 400 BC ਤੱਕ ਦਾ ਸਮਾਂ, ਅਤੇ ਇਸ ਤੋਂ ਪਹਿਲਾਂ ਆਪਾਂ 600 BC ਤੱਕ ਦਾ ਜਿਹੜਾ ਸਮਾਂ ਹੈ ਇਤਿਹਾਸਕ ਸਮਾਂ ਜਿਹੜਾ ਆਪਾਂ ਕਰ ਚੁੱਕੇ ਹਾਂ। 600 BC ਤੋਂ 400 BC ਤੱਕ ਜਿਹੜੀ ਜਨਪਦ ਕਾਲ ਹੈ, ਕੁੱਲ 16 ਜਨਪਦ ਹੋਈਆਂ। ਬੁੱਧ ਧਰਮ ਦੇ ਗ੍ਰੰਥਾਂ ਵਿੱਚ ਇਹਨਾਂ 16 ਦੀ ਵਿਆਖਿਆ ਕੀਤੀ ਗਈ ਹੈ। ਕੁਐਸਚਨ ਆ ਜਾਂਦਾ ਕਿ ਇਸ ਗ੍ਰੰਥ ਦੇ ਵਿੱਚ 16 ਦੀਆਂ 16 ਜਨਪਦਾਂ ਬਾਰੇ ਵਿਆਖਿਆ ਕੀਤੀ ਗਈ ਹੈ, ਤਾਂ ਬੁੱਧ ਧਰਮ ਦੇ ਗ੍ਰੰਥ ਵਿੱਚ ਕੀਤੀ ਗਈ ਹੈ, ਗ੍ਰੰਥਾਂ ਵਿੱਚ ਕੀਤੀ ਗਈ ਹੈ। ਨਾਮ ਤੇ ਰਾਜਧਾਨੀ ਤੇ ਸਥਾਨ ਜਾਂ ਖੇਤਰ, ਕਿੱਥੇ ਕਿਹੜੀ ਜਨਪਦ ਕਿੱਥੇ ਉੱਭਰ ਕੇ ਸਾਹਮਣੇ ਆਈ ਹੈ, ਉਸ ਬਾਰੇ ਆਪਾਂ ਗੱਲ ਕਰਾਂਗੇ। ਸਭ ਤੋਂ ਮਹੱਤਵਪੂਰਨ ਜਿਹੜੀ ਜਨਪਦ ਰਹੀ ਹੈ ਉਹ ਮਗਧ ਰਹੀ ਹੈ, ਜਿਹਦੀ ਰਾਜਧਾਨੀ ਜਿਹੜੀ ਰਾਜਗ੍ਰਹਿ ਹੈ। ਅਤੇ ਮਗਧ ਕਿਉਂ ਰਹੀ ਹੈ, ਗੱਲ ਇਹ ਹੈ, ਅਤੇ ਮਗਧ ਕਿਉਂ ਰਹੀ ਹੈ ਕਿਉਂਕਿ ਇੱਕ ਖੁਸ਼ਹਾਲ ਜਨਪਦ ਸੀ। ਇੱਥੇ ਜਿਹੜੀ ਪਹਾੜੀਆਂ ਸੀ, ਹਰਿਆਲੀ ਸੀ, ਬਹੁਤ ਤਰ੍ਹਾਂ ਦੀ ਖੁਸ਼ਹਾਲੀ ਸੀ। ਕਹਿੰਦਾ ਭਾਵ ਮਗਧ ਹੈ ਜਿਹੜੀ ਆਰਥਿਕ ਪੱਖੋਂ ਇੱਕ ਤਾਕਤਵਰ ਸ਼ਕਤੀਸ਼ਾਲੀ ਜਨਪਦ ਸੀ। ਇਸ ਕਰਕੇ ਬਹੁਤ ਸਾਰੇ ਰਾਜੇ ਮਹਾਰਾਜੇ ਨੇ ਸਭ ਤੋਂ ਪਹਿਲਾਂ ਮਗਧ ਉੱਪਰ ਕਬਜ਼ਾ ਕਰਨਾ ਚਾਹਿਆ, ਮਗਧ ਉੱਪਰ ਰਾਜ ਕਰਨਾ ਚਾਹਿਆ। ਅਤੇ ਇਸ ਤੋਂ ਬਿਨਾਂ ਮਗਧ ਤੋਂ ਬਿਨਾਂ ਕੰਬੋਜ ਜਨਪਦ ਵੀ ਇੱਕ ਮਸ਼ਹੂਰ ਜਨਪਦ ਰਹੀ ਹੈ। ਅੰਗ ਚੰਪਾ ਰਾਜਧਾਨੀ, ਖੇਤਰ ਬਿਹਾਰ, ਮਗਧ ਰਾਜਗ੍ਰਹਿ ਬਿਹਾਰ, ਕਾਸ਼ੀ ਵਾਰਾਣਸੀ ਉੱਤਰ ਪ੍ਰਦੇਸ਼, ਵਤਸ ਕੁਸ਼ਾਬੀ ਉੱਤਰ ਪ੍ਰਦੇਸ਼, ਵੰਜੀ ਮਿਥਿਲਾ ਉੱਤਰ ਪ੍ਰਦੇਸ਼, ਕੌਸ਼ਲ ਸਰਾਵਸਤੀ ਉੱਤਰ ਪ੍ਰਦੇਸ਼, ਮੱਲ ਕਸ਼ਵਤੀ ਉੱਤਰ ਪ੍ਰਦੇਸ਼, ਪੰਚਾਰ ਐਸਤਰ ਉੱਤਰ ਪ੍ਰਦੇਸ਼, ਚੇਦੀ ਸ਼ਕਤੀ ਸਤੀ ਉੱਤਰ ਪ੍ਰਦੇਸ਼। ਤਾਂ ਇਹ ਜਨਪਦਾਂ ਉੱਤਰ ਪ੍ਰਦੇਸ਼ ਦੇ ਵਿੱਚ ਪਾਈਆਂ ਗਈਆਂ। ਕੰਬੋਜ ਹਟਕ ਯੂਪੀ, ਸੂਰਸੇਨ ਮਥੁਰਾ ਯੂਪੀ, ਅਵੰਤੀ ਉਜੈਨ ਮੱਧ ਪ੍ਰਦੇਸ਼, ਕਰੂ ਇੰਦਰਪ੍ਰਸਥ ਦਿੱਲੀ, ਅਸ਼ਮਕ ਪੋਟਲੀ ਦੱਖਣੀ ਭਾਰਤ, ਮਤਸਿਆ ਵਿਰਾਟਨਗਰ ਰਾਜਸਥਾਨ, ਗੰਧਾਰ ਤਕਸ਼ਿਲਾ ਪਾਕਿਸਤਾਨ। ਹਰੀਅੰਕ ਵੰਸ਼, ਇਸ ਤੋਂ ਬਾਅਦ ਵੰਸ਼ ਸ਼ੁਰੂ ਹੋ ਜਾਂਦੀ ਹੈ ਜਦੋਂ ਆਪਾਂ ਜਨਪਦ ਕਾਲ ਕਰ ਲੈਂਦੇ ਹਾਂ। ਤਾਂ ਆਪਾਂ ਪਹਿਲਾਂ ਹੀ ਕਰ ਚੁੱਕੇ ਹਾਂ ਕਿ ਜਿਹੜੀ ਜਨਪਦ ਕਾਲ ਹੈ ਉਹਦਾ ਜਿਹੜਾ ਸਮਾਂ ਹੈ 600 BC ਤੋਂ ਲੈ ਕੇ 400 BC ਤੱਕ ਦਾ ਸਮਾਂ। ਹਰੀਅੰਕ ਵੰਸ਼ ਮਗਧ ਜਨਪਦ ਉੱਪਰ ਹਰੀਅੰਕ ਵੰਸ਼ ਦਾ ਰਾਜ ਹੈ। ਤਾਂ ਇਹਦੇ ਵਿੱਚ 543 BC ਤੋਂ 414 BC ਤੱਕ ਮਗਧ ਉੱਪਰ ਹਰੀਅੰਕ ਵੰਸ਼ ਦਾ ਅਧਿਕਾਰ ਆ। ਮੋਢੀ ਜਿਹੜਾ ਸੀ ਬਿੰਬੀਸਰ, ਅਤੇ ਬਿੰਬੀਸਰ ਰਾਜਧਾਨੀ ਜਿਹੜੀ ਸੀ ਉਹ ਸੀਗੀ ਰਾਜਗ੍ਰਹਿ। ਬਿੰਬੀਸਰ ਨੇ 543 BC ਤੋਂ 592 BC ਤੱਕ ਰਾਜ ਕੀਤਾ। 2 ਵਿਆਹ ਕਰਵਾਏ ਕੌਸ਼ਲ ਦੀ ਰਾਜਕੁਮਾਰੀ ਮਹਾਕੌਸ਼ਲ ਨਾਲ। ਇਹ ਰਾਜ ਪ੍ਰਸੇਨਜੀਤ ਦੀ ਭੈਣ ਸੀ। ਇਹ ਰਾਣੀ ਜਿਹੜੀ ਸੀ ਪ੍ਰਸੇਨਜੀਤ, ਰਾਜਾ ਪ੍ਰਸੇਨਜੀਤ ਦੀ ਭੈਣ ਸੀ। ਦੂਜੀ ਸ਼ਾਦੀ ਜਿਹੜੀ ਕੀਤੀ ਉਹ ਲਿਸ਼ਵੀ ਦੇ ਰਾਜਾ ਚੇਟਿਕਾ ਦੀ ਭੈਣ ਨਾਲ ਕੀਤੀ ਹੈ। ਚੇਟਿਕਾ ਦੀ ਭੈਣ ਚੇਲਨਾ ਨਾਲ ਹੋਈ। ਇਹ ਪਹਿਲਾ ਰਾਜਾ ਸੀ ਜਿਸ ਨੇ ਸਥਾਈ ਸੈਨਾ ਰੱਖਣੀ ਸ਼ੁਰੂ ਕੀਤੀ। ਮਤਲਬ ਬਿੰਬੀਸਾਰ ਪਹਿਲਾ ਰਾਜਾ ਸੀ ਜਿਸ ਨੇ ਸਥਾਈ ਸੈਨਾ ਰੱਖਣੀ ਸ਼ੁਰੂ ਕਰ ਦਿੱਤੀ। ਇਸ ਨੇ ਪਹਿਲੇ ਵਿਆਹ ਪ੍ਰਸੇਨਜੀਤ ਤੋਂ ਕਾਸ਼ੀ ਦਾਨ ਵਿੱਚ ਲਿਆ ਸੀ। ਕਾਸ਼ੀ ਪਹਿਲਾ ਰਾਜਾ ਸੀ, ਸਥਾਈ ਸੈਨਾ ਸੀ, ਮਹਾਤਮਾ ਬੁੱਧ ਦਾ ਸਮਕਾਲੀ ਸੀ। ਕੁਐਸਚਨ ਆ ਜਾਂਦਾ ਮਹਾਤਮਾ ਬੁੱਧ ਦਾ ਸਮਕਾਲੀ ਸੀ ਕੌਣ? ਬਿੰਬੀਸਰ। ਉਸਨੇ ਆਪਣੇ ਹਕੀਮ ਜੀਵਕ ਨੂੰ ਬੁੱਧ ਦੀ ਮਦਦ ਲਈ ਭੇਜਿਆ ਸੀ। 15 ਸਾਲ ਦੀ ਉਮਰ 'ਚ ਸ਼ਾਸਕ ਬਣਿਆ। ਅਗਲਾ ਜਿਹੜਾ ਰਾਜਾ ਹੈ ਅਜਾਤਸ਼ਤਰੂ, ਬਿੰਬੀਸਰ ਦਾ ਪੁੱਤਰ। ਸਮਾਂ 492 ਤੋਂ
492 BC ਤੋਂ 460 500 ਸੌਰੀ ਇੱਥੇ 492 543 BC ਤੋਂ 492 BC ਤੱਕ ਜਿਹੜਾ ਬਿੰਬੀਸਰ ਦਾ ਸਮਾਂ ਰਹਿੰਦਾ। ਉਸ ਤੋਂ ਬਾਅਦ ਅਜਾਤਸ਼ਤਰੂ ਦਾ ਸਮਾਂ 492 BC ਤੋਂ 460 BC ਤੱਕ। ਇਸ ਨੂੰ ਕਨਿਸ਼ਕ ਵੀ ਕਹਿੰਦੇ ਆ। ਕਿਹਨੂੰ? ਅਜਾਤਸ਼ਤਰੂ ਨੂੰ। ਪਹਿਲੀ ਬੋਧ ਸਭਾ ਰਾਜਗ੍ਰਹਿ ਹੋਈ। ਕੁਐਸਚਨ ਆ ਜਾਂਦਾ ਕਿਸ ਦੇ ਸਮੇਂ ਪਹਿਲੀ ਬੋਧ ਸਭਾ ਹੋਈ? ਤਾਂ ਅਜਾਤਸ਼ਤਰੂ ਦੇ ਸਮੇਂ ਪਹਿਲੀ ਬੋਧ ਸਭਾ ਹੋਈ। ਕਈ ਯੁੱਧ ਕੀਤੇ ਤੇ ਯੁੱਧ ਲਈ ਨਵੀਆਂ ਤਕਨੀਕਾਂ ਵਰਤੀਆਂ। ਮਹਾਸ਼ਿਲਕੰਟਿਕਾ ਪੱਥਰ ਸੁੱਟਣ ਵਾਲਾ ਯੰਤਰ। ਰੱਥ ਮੂਸਲਾ ਰੱਥ ਪਿੱਛੇ ਖੰਭਾ ਲਗਾ ਕੇ ਰੱਥ ਪਿੱਛੇ ਖੰਭਾ ਲਗਾ ਕੇ ਗੋਲ ਗੋਲ ਘੁਮਾਉਣਾ। ਰੱਥ ਮੂਸਲਾ। ਮਹਾਸ਼ਿਲਾਕੰਟਿਕਾ ਤੇ ਰੱਥ ਮੂਸਲਾ ਇਹ ਦੋ ਯੁੱਧ ਦੀਆਂ ਤਕਨੀਕਾਂ ਸੀ। ਕਿਹਦੇ ਕੋਲ? ਅਜਾਤਸ਼ਤਰੂ। ਇਸ ਨੇ ਰਾਜਗ੍ਰਹਿ ਦਾ ਕਿਲਾ ਬਣਵਾਇਆ। ਕਿਹਦਾ? ਰਾਜਗ੍ਰਹਿ ਦਾ। ਗੰਗਾ ਨਦੀ ਤੇ ਜਲ ਦੁਰਗਾ ਬਣਵਾਇਆ। ਅਗਲਾ ਹੈ ਉਦੈਨ। ਇਸ ਨੇ ਅਵੰਤੀ ਜਿੱਤਿਆ। ਪਾਟਲੀਪੁੱਤਰ ਨੂੰ ਰਾਜਧਾਨੀ ਬਣਾਇਆ। ਪਾਟਲੀਪੁੱਤਰ ਨੂੰ ਰਾਜਧਾਨੀ ਬਣਾਇਆ ਉਦੈਨ ਨੂੰ। ਉਦੈਨ ਨੇ। ਮਿਸਰ 'ਚ ਇਰਾਨੀ ਅਕਸਾਨੀ ਸਾਮਰਾਜ ਸਥਾਪਿਤ ਹੋਇਆ ਜਿਸ ਦਾ ਮੋਢੀ ਸਾਇਰਸ ਸੀ। ਤੇ ਇਸੇ ਕਾਰਨ ਹੀ ਈਰਾਨੀ ਤੇ ਵੈਦਿਕ ਸੱਭਿਅਤਾ, ਇਸੇ ਕਾਰਨ ਜੋ ਈਰਾਨ ਦੇ ਵਿੱਚ ਸਾਇਰਸ ਦਾ ਜਿਹੜਾ ਰਾਜ ਚੱਲ ਰਿਹਾ ਸੀ, ਇਸੇ ਕਾਰਨ ਹੀ ਈਰਾਨੀ ਤੇ ਵੈਦਿਕ ਸਿੱਖਿਆ ਦਾ ਮੇਲ ਸੰਭਵ ਹੋਇਆ। ਮੁੱਖ ਕਿੱਤੇ ਖੇਤੀਬਾੜੀ, ਪਸ਼ੂ ਪਾਲਣ, ਸ਼ਿਲਪ ਤੇ ਵਪਾਰਕ ਕਿੱਤੇ ਸਨ। ਫਸਲਾਂ ਕਣਕ, ਚਾਵਲ, ਮੱਕੀ, ਬਾਜਰਾ, ਜਵਾਰ, ਗੰਨਾ, ਤਿਲ, ਸਰੋਂ ਤੋਂ ਬਿਨਾਂ ਦਾਲਾਂ, ਛੋਲੇ ਤੇ ਸਬਜ਼ੀਆਂ ਉਗਾਈਆਂ ਜਾਂਦੀਆਂ ਸੀ। ਵਪਾਰ ਸੀ ਜਿਹੜਾ ਉਹ ਇੱਕੋ ਤਰ੍ਹਾਂ ਦੇ ਵਪਾਰ ਕਰਨ ਵਾਲੇ ਗੁੱਟ ਨੂੰ ਸ਼੍ਰੇਣੀ ਕਹਿੰਦੇ ਤੇ ਕਈਆਂ ਸ਼੍ਰੇਣੀਆਂ ਨੂੰ ਮਿਲਾ ਕੇ ਜਦੋਂ ਇੱਕੋ ਗੁੱਟ ਦਾ ਹੁੰਦਾ ਸੀ ਤਾਂ ਉਹਨੂੰ ਸ਼੍ਰੇਣੀ ਕਿਹਾ ਜਾਂਦਾ ਸੀ। ਬਹੁਤ ਸਾਰੀਆਂ ਸ਼੍ਰੇਣੀਆਂ ਨੂੰ ਮਿਲਾ ਕੇ ਜੋ ਬਣਦਾ ਸੀ ਉਹ ਸਾਰਥਵਾਹ ਕਹਿੰਦੇ ਸੀ ਉਹਨੂੰ। ਸਾਰਥਵਾਹ। ਸਿੱਕੇ ਜਿਹੜੇ ਚਲਾਏ ਜਾਂਦੇ ਸੀ, ਨਿਸ਼ਚਿਤ ਵਜ਼ਨ ਤੇ ਚਾਂਦੀ ਤੇ ਤਾਂਬੇ ਦੇ ਸਿੱਕੇ ਪ੍ਰਚਲਿਤ ਸਨ ਜਿਨ੍ਹਾਂ ਉੱਤੇ ਭਾਂਤ ਭਾਂਤ ਦੀਆਂ ਮੋਹਰਾਂ ਜਾਂ ਛਾਪਾਂ ਲਗਾ ਦਿੱਤੀਆਂ ਜਾਂਦੀਆਂ ਸੀ। ਛਾਪੇ ਲਗਾ ਦਿੱਤੇ ਜਾਂਦੇ ਸੀ। ਕੁੱਲ ਉਪਜ ਦਾ 1/6 ਭਾਗ ਰਾਜੇ ਨੂੰ ਕਰ ਦੇ ਰੂਪ ਵਿੱਚ ਦਿੱਤਾ ਜਾਂਦਾ ਸੀ। 1/6 ਭਾਗ ਰਾਜੇ ਨੂੰ ਦਿੱਤਾ ਜਾਂਦਾ ਸੀ। ਤੇ ਇਹ ਜਦੋਂ ਉਦੈਨ ਸੀ ਉਸ ਤੋਂ ਬਾਅਦ ਆਖਰੀ ਰਾਜਾ ਜਿਹੜਾ ਰਿਹਾ ਹੈ ਹਰੀਅੰਕ ਵੰਸ਼ ਦਾ, ਉਹ ਸੀ ਨਾਗਦਸ਼ਕ। ਦਸ਼ਕ ਸੀ ਜਿਹੜਾ ਉਸਦੇ ਮੰਤਰੀ ਸ਼ਿਸ਼ੂਨਾਗ ਨੇ ਮਾਰ ਦਿੱਤਾ ਸੀ। ਇਸ ਤਰ੍ਹਾਂ ਹਰੀਅੰਕ ਵੰਸ਼ ਦਾ ਅੰਤ ਤੇ ਨਾਗ ਵੰਸ਼ ਸ਼ੁਰੂ ਹੋ ਗਿਆ। ਸਭ ਤੋਂ ਪਹਿਲਾਂ ਆਪਾਂ ਗੱਲ ਕਰੀ ਸੀ ਮਗਧ ਉੱਪਰ ਹਰੀਅੰਕ ਵੰਸ਼ ਦਾ ਰਾਜ ਰਿਹਾ। ਬਿੰਬਸਾਰ ਪਹਿਲਾ ਰਾਜਾ ਸੀ। ਠੀਕ। ਬਿੰਬਸਾਰ ਤੋਂ ਬਾਅਦ ਸਾਡੇ ਕੋਲ ਅਜਾਤਸ਼ਤਰੂ ਤੋਂ ਬਾਅਦ ਉਦੈਨ ਤੋਂ ਬਾਅਦ ਆਖਰੀ ਰਾਜਾ ਨਾਗਦਸ਼ਕ ਸੀ। ਦਸ਼ਕ ਨੂੰ ਉਸਦੇ ਮੰਤਰੀ ਦੁਆਰਾ ਹੀ, ਸ਼ਿਸ਼ੂਨਾਗ ਦੁਆਰਾ ਹੀ ਮਾਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਅਗਲੀ ਵੰਸ਼ ਸ਼ੁਰੂ ਹੋ ਜਾਂਦੀ ਹੈ ਨਾਗ ਵੰਸ਼। ਮੋਢੀ ਸ਼ਿਸ਼ੂਨਾਗ ਹੁੰਦਾ। ਨਾਗਵੰਸ਼। ਮੋਢੀ ਸ਼ਿਸ਼ੂਨਾਗ। ਰਾਜਧਾਨੀ ਪਾਟਲੀਪੁੱਤਰ ਤੋਂ ਬਦਲ ਕੇ ਵਿਸ਼ਾਲੀ ਕਰ ਦਿੱਤੀ ਗਈ, ਵਾਪਸ ਫਿਰ ਪਾਟਲੀਪੁੱਤਰ ਕਰ ਦਿੱਤੀ ਗਈ ਸੀ। ਤਾਂ ਜਦੋਂ ਆਪਾਂ ਕਰਿਆ ਸੀ ਹਰੀਅੰਕ ਵੰਸ਼ ਤਾਂ ਉਹਨਾਂ ਦੀ ਰਾਜਧਾਨੀ ਸੀ ਰਾਜਗ੍ਰਹਿ। ਪਾਟਲੀਪੁੱਤਰ ਬਾਅਦ ਵਿੱਚ ਹੋਈ ਹੈ, ਪਹਿਲਾਂ ਰਾਜਗ੍ਰਹਿ ਸੀ ਫਿਰ ਪਾਟਲੀਪੁੱਤਰ। ਤੇ ਜਦੋਂ ਨਾਗਵੰਸ਼ ਦੀ ਗੱਲ ਕਰ ਰਹੇ ਹਾਂ ਤਾਂ ਰਾਜਧਾਨੀ ਪਾਟਲੀਪੁੱਤਰ ਤੋਂ ਵਿਸ਼ਾਲੀ ਬਣਾ ਕੇ ਫਿਰ ਪਾਟਲੀਪੁੱਤਰ ਕਰ ਦਿੱਤੀ ਸੀ। ਦੂਜੀ ਬੁੱਧ ਸਭਾ ਹੋਈ ਵੈਸ਼ਾਲੀ ਵਿਖੇ ਜਦੋਂ ਕਾਲਾ ਅਸ਼ੋਕ ਜੋ ਮਹਾਪਦਮਾਨੰਦ ਨੇ ਮਾਰਿਆ ਸੀ, ਜਿਹਨੂੰ ਉਸ ਸਮੇਂ ਦੂਜੀ ਜਿਹੜੀ ਬੁੱਧ ਸਭਾ ਸੀ ਉਹ ਹੋਈ ਸੀ। ਹੋਰ ਪ੍ਰਸਿੱਧ ਰਾਜੇ ਹੋਏ ਹੈ ਕਾਲਾ ਅਸ਼ੋਕ ਜਿਹਨੂੰ ਕਹਿੰਦੇ ਆ, ਕਾਕਾਵਰਨਾ ਕਾਲਾ ਅਸ਼ੋਕ। ਆਖਰੀ ਰਾਜਾ ਨੰਦਵੰਸ਼। ਅਗਲੀ ਕਿਹੜੀ ਵੰਸ਼ ਆ ਗਈ? ਨੰਦਵੰਸ਼। ਮੋਢੀ ਮਹਾਪਦਮਾਨੰਦ ਨੇ ਨਾਗਵੰਸ਼ ਦਾ ਅੰਤ ਕਰਕੇ ਨੰਦਵੰਸ਼ ਦੀ ਸਥਾਪਨਾ ਕੀਤੀ। ਬੇਟਾ ਧਨਾਨੰਦ ਨੇ ਚਾਣਕਿਆ ਦਾ ਅਪਮਾਨ ਕੀਤਾ। ਸਿੱਟੇ ਵਜੋਂ
ਚਾਣਕਿਆ ਨੇ ਬਦਲਾ ਲੈਣ ਲਈ ਆਪਣੇ ਸ਼ਿਸ਼ ਵਿਦਿਆਰਥੀ ਚੰਦਰਗੁਪਤ ਮੌਰੀਆ ਨੂੰ ਦੀ ਸਹਾਇਤਾ ਨਾਲ ਨੰਦ ਵੰਸ਼ ਦਾ ਖਾਤਮਾ ਕੀਤਾ ਤੇ ਮੌਰੀਆ ਵੰਸ਼ ਦੀ ਨੀਂਹ ਰੱਖੀ। ਤਾਂ ਆਪਾਂ ਪੂਰੀ ਗੱਲ ਸਮਝ ਲੈਂਦੇ ਹਾਂ। ਛੋਟੀਆਂ ਛੋਟੀਆਂ ਜਿਹੜੇ ਰਾਜੇ ਆ ਉਹਨਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਹਰੀਅੰਕ ਵੰਸ਼ ਤੋਂ ਬਾਅਦ ਨਾਗ ਵੰਸ਼ ਆਇਆ, ਫਿਰ ਨੰਦ ਵੰਸ਼ ਆਈ। ਜਿਹਦੇ ਵਿੱਚ ਪਹਿਲਾਂ ਆਪਾਂ ਕਰੀਏ ਹਰੀਅੰਕ ਵੰਸ਼, ਜਿਹਦੇ ਵਿੱਚ ਆਪਣੇ ਕੋਲੇ 4 ਰਾਜਿਆਂ ਦੇ ਨਾਮ ਆਉਂਦੇ ਆ, ਹੈ ਨਾ। ਬਿੰਬੀਸਰ, ਅਜਾਤਸ਼ਤਰੂ, ਉਦੈਨ, ਨਾਗ ਦਸ਼ਕ। ਨਾਗ ਦਸ਼ਕ ਨੂੰ ਮਾਰ ਦਿੰਦਾ ਸ਼ਿਸ਼ੂਨਾਗ ਤੇ ਨਾਗਵੰਸ਼ ਦੀ ਸਥਾਪਨਾ ਹੋ ਜਾਂਦੀ ਹੈ। ਨਾਗਵੰਸ਼ ਦਾ ਮੋਢੀ ਸ਼ਿਸ਼ੂਨਾਗ, ਰਾਜਧਾਨੀ ਪਾਟਲੀਪੁੱਤਰ ਤੋਂ ਵਿਸ਼ਾਲੀ, ਪ੍ਰਸਿੱਧ ਰਾਜਾ ਕਾਲਾ ਅਸ਼ੋਕ, ਕਿਉਂਕਿ ਉਸ ਦੇ ਸਮੇਂ ਦੂਜੀ ਬੁੱਧ ਸਭਾ ਹੋਈ ਹੈ ਵਿਸ਼ਾਲੀ ਵਿਖੇ। ਆਖਰੀ ਰਾਜਾ ਨੰਦੀਵਰਧਨ। ਨੰਦੀਵਰਧਨ ਨੂੰ ਹਰਾਇਆ ਮਹਾਪਦਮਾਨੰਦ ਨੇ। ਨੰਦ ਵੰਸ਼ ਦੀ ਸਥਾਪਨਾ ਕੀਤੀ ਮਹਾਪਦਮਾਨੰਦ ਨੇ, ਬੇਟਾ ਧਨਾਨੰਦ। ਇਸ ਨੰਦ ਵੰਸ਼ ਦੇ ਵਿੱਚ ਚਾਣਕਿਆ ਨੇ ਆਪਣੇ ਜਿਹੜਾ ਸ਼ਿਸ਼ ਸੀ ਉਹਨੂੰ ਇੱਥੇ ਭੇਜਿਆ ਕਿ ਧਨਾਨੰਦ ਨੇ ਚਾਣਕਿਆ ਦਾ ਅਪਮਾਨ ਕੀਤਾ ਸੀ, ਜਿਸ ਦੇ ਸਿੱਟੇ ਵਜੋਂ ਚਾਣਕਿਆ ਨੇ ਸੋਚ ਲਿਆ ਵੀ ਜਿਹੜਾ ਮੇਰਾ ਵਿਦਿਆਰਥੀ ਹੈ ਚੰਦਰਗੁਪਤ, ਕਿਉਂਕਿ ਚੰਦਰਗੁਪਤ ਰਾਜਨੀਤੀ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਲੈਂਦਾ ਸੀਗਾ, ਬਹੁਤ ਚੰਗਾ ਵਿਦਿਆਰਥੀ ਸੀ ਸਾਰੇ ਵਿਦਿਆਰਥੀਆਂ ਦੇ ਵਿੱਚੋਂ। ਤਾਂ ਜਿਹੜਾ ਸ਼ਿਸ਼ ਸੀ ਚੰਦਰਗੁਪਤ ਮੌਰੀਆ, ਤਾਂ ਉਹਦੀ ਸਹਾਇਤਾ ਨਾਲ ਚਾਣਕਿਆ ਨੇ ਮੌਰੀਆ ਵੰਸ਼ ਦੀ ਨੀਂਹ ਰੱਖੀ ਬਦਲਾ ਲੈਣ ਦੇ ਲਈ ਨੰਦ ਵੰਸ਼ ਤੋਂ। ਠੀਕ।